ਗੁਰਦੁਆਰਾ ਠੰਡਾ ਬੁਰਜ ਹੈ। ਉਹਦੇ ਇੱਕ ਬੰਨੇ ਸਾਈਡ 'ਤੇ ਸਥਾਨ ਹੈ ਗੁਰਦੁਆਰਾ ਬਿਵਾਨ ਸਾਹਿਬ। ਉਸ ਜਗ੍ਹਾ 'ਤੇ ਸਾਹਿਬਜ਼ਾਦਿਆਂ ਦੇ ਸਰੀਰ ਜਿਹੜੇ ਸਨ ਉਹ ਸਮੇਂ ਦੀ ਹਕੂਮਤ ਨੇ ਜਦੋਂ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਉੱਥੇ ਰੱਖ ਦਿੱਤੇ ਸਨ। ਅਤੇ ਉੱਥੇ ਉਸ ਸਮੇਂ ਜੰਗਲ ਸੀ, ਝਾੜ ਬੀਆਬਾਨ ਦੇ ਅੰਦਰ ਸਰੀਰ ਛੱਡ ਦਿੱਤੇ। ਅਤੇ ਜਿਹੜਾ ਇੱਥੋਂ ਦਾ ਦੀਵਾਨ ਟੋਡਰ ਮੱਲ ਸੀ, ਜਿਹੜਾ ਸੂਬਾ ਸਰਹੰਦ ਦਾ ਦੀਵਾਨ ਸੀ, ਵੱਡੇ ਅਹੁਦੇ 'ਤੇ ਕੰਮ ਕਰਦਾ ਸੀ, ਉਹ ਉਸ ਸਮੇਂ ਇਸ ਸ਼ਹਿਰ ਦੇ ਅੰਦਰ ਸਰਹੰਦ ਦੇ ਅੰਦਰ ਨਹੀਂ ਸੀ, ਉਹ ਕਿਤੇ ਪਾਸੇ ਗਿਆ ਹੋਇਆ। ਜਿੱਦਣ ਉਹ ਆਇਆ ਉੱਦਣ ਹੀ ਸਾਹਿਬਜ਼ਾਦਿਆਂ ਦੀ ਕੱਲ੍ਹ ਦੇ ਦਿਨ ਹੀ ਸ਼ਹੀਦੀ ਹੋਈ। ਅਤੇ ਜਦੋਂ ਉਹਨੂੰ ਇਹ ਖਬਰ ਮਿਲੀ ਅਤੇ ਉਹਨੇ ਫਿਰ ਇਹ ਸਾਰੀ ਸੇਵਾ ਕਰਨ ਵਾਸਤੇ ਜਿਵੇਂ ਜਿਵੇਂ ਅੱਗੇ ਵਿਉਂਤ ਕੀਤੀ। ਇਹ ਜਿਹੜਾ ਦੀਵਾਨ ਟੋਡਰ ਮੱਲ ਸੀ, ਇਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਸਿੱਖ ਬਣਿਆ ਸੀ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਸ ਮਾਲਵੇ ਦੀ ਧਰਤੀ 'ਤੇ ਰਟਨ ਕਰ ਰਹੇ ਸਨ ਅਤੇ ਅੱਗੇ ਪੂਰਬ ਦੀ ਤਰਫ ਨੂੰ ਗਏ ਸਨ, ਪਟਨਾ ਸਾਹਿਬ ਵੱਲ। ਜਦੋਂ ਇਸ ਮਾਲਵੇ ਦੀ ਧਰਤੀ 'ਤੇ ਸਨ ਅਤੇ ਉਦੋਂ ਇਹਦਾ ਨਗਰ ਕਾਕੜੇ ਨਗਰ ਦਾ ਇਹਦਾ ਸੀਗਾ, ਇੱਥੇ ਰਹਿੰਦਾ ਸੀ। ਉਦੋਂ ਇਹ ਫਿਰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕਰਨ ਗਿਆ ਅਤੇ ਉਸ ਸਮੇਂ ਇਹਨੇ ਬੜੀ ਸੇਵਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੀਤੀ। ਸਤਿਗੁਰਾਂ ਨੇ ਇਸ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਸਿੱਖ ਬਣਾਇਆ। ਉਸ ਤੋਂ ਮਗਰੋਂ ਫਿਰ ਇਹ ਸੇਵਾ ਕਰਦਾ ਕਰਦਾ ਵੱਡੇ ਅਹੁਦੇ 'ਤੇ ਦਿੱਲੀ ਦੇ ਅੰਦਰ ਇਸ ਨੂੰ ਵੱਡੇ ਅਹੁਦੇ 'ਤੇ ਨੌਕਰੀ ਮਿਲ ਗਈ। ਉੱਥੇ ਫਿਰ ਇਸ ਨੇ ਬੜੀ ਸਿੱਖ ਸੰਗਤਾਂ ਦੀ ਸੇਵਾ ਕਰਦਾ। ਇੱਕ ਵਾਰੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿੱਖ ਭਾਈ ਮੀਹਾਂ ਕਰਕੇ, ਜਿਸ ਦਾ ਨਾਮ ਆਉਂਦਾ ਇਤਿਹਾਸ ਦੇ ਅੰਦਰ, ਜਿਹਨੇ ਧਮਧਾਨ ਸਾਹਿਬ ਦੀ ਧਰਤੀ 'ਤੇ ਬੜੀ ਭਾਰੀ ਸੇਵਾ ਜਲ ਢੋਣ ਦੀ ਕੀਤੀ ਸੀ। ਜਾਲੀ ਢੋਈ ਜਾਂਦਾ, ਸਾਰਾ ਦਿਨ ਸਿਰ ਦੇ ਉੱਤੇ ਗਾਗਰ ਰਹਿੰਦੀ ਅਤੇ ਸਤਿਗੁਰਾਂ ਨੇ ਇਹਦਾ ਨਾਮ ਹੀ ਭਾਈ ਮੀਹਾਂ ਰੱਖ ਦਿੱਤਾ ਸੀ ਵੀ ਇਹ ਜਲ ਦਾ ਮੀਂਹ ਵਰਾ ਦਿੰਦਾ, ਇੰਨੀ ਸੇਵਾ ਕਰਦਾ। ਜਦੋਂ ਇਹਦੀ ਸੇਵਾ 'ਤੇ ਸਤਿਗੁਰੂ ਜੀ ਪ੍ਰਸੰਨ ਹੋਏ, ਫਿਰ ਇਸ ਨੂੰ ਇੱਕ ਨਗਾਰਾ ਬਖਸ਼ਿਸ਼ ਕੀਤਾ, ਇੱਕ ਨਿਸ਼ਾਨ ਦਿੱਤਾ, ਇੱਕ ਦੱਖਣੀ ਬਲਦ ਦਿੱਤਾ, ਜਿਸ ਦੇ ਉੱਤੇ ਨਗਾਰਾ ਰੱਖ ਕੇ ਫਿਰ ਇਹ ਪਿੰਡਾਂ ਦੇ ਅੰਦਰ ਪ੍ਰਚਾਰ ਕਰਦਾ ਸੀ। ਜਦੋਂ ਇਹ ਭਾਈ ਮੀਹਾਂ ਦਿੱਲੀ ਦੇ ਅੰਦਰ ਗਿਆ ਅਤੇ ਉਸ ਸਮੇਂ ਔਰੰਗਜ਼ੇਬ ਦਾ ਹੁਕਮ ਸੀ ਕਿ ਕੋਈ ਨਗਾਰਾ ਨਹੀਂ ਵਜਾ ਸਕਦਾ, ਅਤੇ ਦਿੱਲੀ ਤੋਂ ਬਾਹਰ ਹੀ ਜਾ ਕੇ ਅਤੇ ਇਸ ਨੇ ਭਾਈ ਮੀਹਾਂ ਜੀ ਨੇ ਨਗਾਰਾ ਵਜਾਉਣਾ ਸ਼ੁਰੂ ਕਰ ਦਿੱਤਾ। ਜਦੋਂ ਸਿਪਾਹੀਆਂ ਨੇ ਨਗਾਰੇ ਦੀ ਗੂੰਜ ਸੁਣੀ ਅਤੇ ਉਹਨਾਂ ਨੇ ਨਗਾਰਾ ਵੀ ਖੋਹ ਲਿਆ, ਬਲਦ ਖੋਹ ਲਿਆ। ਅਤੇ ਜਦੋਂ ਭਾਈ ਮੀਹਾਂ ਜੀ ਨੂੰ ਗ੍ਰਿਫਤਾਰ ਕਰਨ ਲੱਗੇ, ਫੜਨ ਲੱਗੇ, ਐਸੀ ਕਲਾ ਉਸ ਸਮੇਂ ਗੁਰੂ ਦੀ ਵਰਤੀ। ਨਗਾਰਾ ਸੀ ਜਿਹੜਾ ਉਹ ਆਪਣੇ ਆਪ ਹੀ ਵੱਜਣ ਲੱਗ ਪਿਆ। ਜਦੋਂ ਨਗਾਰੇ ਦੀਆਂ ਗੂੰਜਾਂ ਬੜੀ ਦੂਰ ਦੂਰ ਪਈਆਂ ਅਤੇ ਸਿਪਾਹੀ ਡਰ ਗਏ, ਘਬਰਾ ਗਏ, ਉਹਨਾਂ ਨੇ ਛੱਡ ਦਿੱਤਾ। ਉਸ ਸਮੇਂ ਫਿਰ ਇਹ ਉੱਥੇ ਦੀਵਾਨ ਟੋਡਰ ਮੱਲ ਸੀ ਦਿੱਲੀ ਦੇ ਅੰਦਰ। ਜਦੋਂ ਇਹਨੂੰ ਪਤਾ ਲੱਗਿਆ ਕਿ ਗੁਰੂ ਕਾ ਸਿੱਖ ਹੈ, ਇਹਨੇ ਫਿਰ ਉਸ ਨੂੰ ਆਪਣੇ ਘਰੇ ਲਿਜਾ ਕੇ ਭਾਈ ਮੀਹਾਂ ਜੀ ਨੂੰ ਬੜੀ ਸੇਵਾ ਕੀਤੀ। ਅਤੇ ਇਹਦੇ ਘਰ ਦੇ ਅੰਦਰ ਕੋਈ ਸੰਤਾਨ ਨਹੀਂ ਸੀ ਦੀਵਾਨ ਟੋਡਰ ਮੱਲ ਦੇ। ਇਹਨੇ ਫਿਰ ਬੇਨਤੀ ਕੀਤੀ ਕਿ ਤੁਸੀਂ ਗੁਰੂ ਕੇ ਸਿੱਖ ਹੋ, ਕਹਿਣੀ ਕਰਨੀ ਦੇ ਪੂਰੇ ਹੋ, ਤੁਸੀਂ ਅਰਦਾਸ ਬੇਨਤੀ ਕਰਕੇ ਅਤੇ ਮੇਰੇ ਘਰ ਦੇ ਅੰਦਰ ਇਹ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਉਸ ਸਮੇਂ ਭਾਈ ਮੀਹਾਂ ਜੀ ਨੇ ਫਿਰ ਅਰਦਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰਨਗੇ, ਅਤੇ ਨਾਲ ਹੀ ਇਹ ਕਹਿ ਦਿੱਤਾ ਕਿ ਪਹਿਲਾ ਪੁੱਤਰ ਜਿਹੜਾ ਹੈ ਉਹ ਗੁਰੂ ਘਰ ਦੇ ਅੰਦਰ ਸੇਵਾ ਦੇ ਵਿੱਚ ਹਾਜ਼ਰ ਕਰਨਾ। ਇਸ ਨੇ ਸਤ ਬਚਨ ਕਹਿ ਕੇ ਫਿਰ ਉੱਥੋਂ ਭਾਈ ਮੀਹਾਂ ਜੀ ਦੀ ਅਰਦਾਸ ਬੇਨਤੀ ਦੇ ਨਾਲ ਇਹਦੇ ਘਰ ਦੇ ਅੰਦਰ ਪਹਿਲਾ ਪੁੱਤਰ ਹੋਇਆ, ਜੋ ਇਸ ਨੇ ਗੁਰੂ ਘਰ ਦੇ ਅੰਦਰ ਅਰਦਾਸੀ ਕਰਵਾਇਆ। ਫਿਰ ਉਹ ਅੱਗੇ ਜੋ ਭਾਈ ਮੀਹਾਂ ਜੀ ਦੇ ਨਾਮ ਤੋਂ
ਸੰਪਰਦਾ ਚੱਲੀ, ਉਹਨਾਂ ਦਾ ਅੱਗੇ ਜੋ ਪੈਰੋਕਾਰ ਬਣਿਆ, ਬੜੀ ਭਾਰੀ ਉਸਨੇ ਗੁਰੂ ਘਰ ਦੀ ਸੇਵਾ ਕੀਤੀ। ਸੋ ਇਹ ਦੀਵਾਨ ਟੋਡਰਮੱਲ ਸ਼ੁਰੂ ਤੋਂ ਹੀ ਗੁਰੂ ਘਰ ਦਾ ਬੜਾ ਸ਼ਰਧਾਲੂ ਅਤੇ ਸੇਵਾ ਵਾਲਾ ਸੀ। ਉੱਥੋਂ ਫਿਰ ਦਿੱਲੀ ਤੋਂ ਇਹਦਾ ਤਬਾਦਲਾ ਸਰਹੰਦ ਦੀ ਧਰਤੀ 'ਤੇ ਹੋਇਆ। ਫਿਰ ਇੱਥੇ ਇਸ ਨੂੰ ਜਿਹੜਾ ਉਹਦਾ ਨੌਕਰੀ ਮਿਲੀ। ਜਦੋਂ ਇਸ ਨੂੰ ਪਤਾ ਲੱਗਿਆ ਤਾਂ ਇਹਨੇ ਫਿਰ ਸਲਾਹ ਕੀਤੀ ਵੀ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਜਿਹੜਾ ਹੈ ਉਹ ਗੁਰੂ ਘਰ ਦੀ ਮਰਿਆਦਾ ਅਨੁਸਾਰ ਕੀਤਾ ਜਾਵੇ। ਇਸ ਨੇ ਫਿਰ ਜਿਹੜਾ ਕੋਈ ਇਹਦੇ ਸੂਬੇ ਸਰਹੰਦ ਦੇ ਨੇੜੇ ਕੋਈ ਬੰਦਾ ਸੀ ਉਹਦੇ ਨਾਲ ਗੱਲਬਾਤ ਕੀਤੀ। ਉਹਨੇ ਫਿਰ ਅੱਗੇ ਸੁੱਚਾਨੰਦ ਦੇ ਨਾਲ ਗੱਲ ਕੀਤੀ। ਸੁੱਚਾਨੰਦ ਨੇ ਫਿਰ ਅੱਗੇ ਮਾਇਆ ਦਾ ਲਾਲਚ ਵੇਖ ਕੇ ਕਿ ਕੁਝ ਨਾ ਕੁਝ ਮਾਇਆ ਲਵਾਂਗੇ। ਵਜੀਦ ਖਾਂ ਦੇ ਨਾਲ ਜਦੋਂ ਗੱਲ ਕੀਤੀ ਤਾਂ ਵਜੀਦ ਖਾਂ ਨੇ ਇਹ ਕਿਹਾ ਕਿ ਜਿੰਨੀ ਸਰਹੰਦ ਦੀ ਧਰਤੀ ਹੈ ਉਹਦੇ ਸਾਰੇ 'ਤੇ ਮੇਰਾ ਰਾਜ ਚੱਲਦਾ, ਅਤੇ ਜੇ ਇਹਨੂੰ ਕੋਈ ਧਰਤੀ ਦੀ ਲੋੜ ਹੈ ਸੰਸਕਾਰ ਕਰਨ ਵਾਸਤੇ ਅਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਧਰਤੀ ਖਰੀਦੇ ਅਤੇ ਫਿਰ ਇਹ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਦਾ ਸੰਸਕਾਰ ਕਰ ਸਕਦਾ। ਇਹ ਦੀਵਾਨ ਟੋਡਰਮੱਲ ਨੇ ਉਹ ਗੱਲ ਨੂੰ ਮੰਨ ਲਿਆ, ਕਿਉਂਕਿ ਇਹ ਕਾਫੀ ਅਮੀਰ ਸੀ ਉਸ ਸਮੇਂ। ਸ਼ੁਰੂ ਤੋਂ ਇਹਦੇ ਘਰ ਦੇ ਅੰਦਰ ਬੜੀ ਬਰਕਤ ਸੀ ਮਾਇਆ ਦੀ। ਇਹਨੇ ਘਰ ਦੇ ਅੰਦਰੋਂ ਜਿੰਨੀਆਂ ਕੋਈ ਮੋਹਰਾਂ ਸਨ ਉਹ ਰੱਖ ਲਈਆਂ, ਜਿੰਨੇ ਕੋਈ ਗਹਿਣੇ ਸਨ ਸੋਨੇ ਦੇ ਉਹ ਵੇਚ ਕੇ ਮੋਹਰਾਂ ਖਰੀਦੀਆਂ। ਫਿਰ ਇਸ ਨੇ ਜਗ੍ਹਾ ਖਰੀਦਣ ਵਾਸਤੇ ਨੇੜੇ ਤੇੜੇ ਜ਼ਿਮੀਂਦਾਰਾਂ ਤੋਂ ਜਗੀਰਦਾਰਾਂ ਨੂੰ ਪਤਾ ਕੀਤਾ ਅਤੇ ਉਸ ਸਮੇਂ ਕੋਈ ਜ਼ਮੀਨ ਨਾ ਦੇਵੇ, ਕਿਉਂਕਿ ਜ਼ਿਮੀਂਦਾਰ ਨੂੰ ਇਹ ਡਰ ਸੀ ਵੀ ਜਿਹਨੇ ਜ਼ਮੀਨ ਦਿੱਤੀ ਉਸੇ ਦੇ ਨਾਲ ਹੀ ਸੂਬੇ ਨੇ ਜਿਹੜੀ ਉਹ ਮਾੜੀ ਕਰਨੀ ਹੈ। ਉਹਦੇ ਪਰਿਵਾਰ ਨੂੰ ਦੁੱਖ ਦੇਵੇਗਾ ਵੀ ਉਹਨੇ ਜ਼ਮੀਨ ਕਿਉਂ ਦਿੱਤੀ ਸੰਸਕਾਰ ਕਰਨ ਵਾਸਤੇ। ਉਸ ਸਮੇਂ ਫਿਰ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ, ਇਹ ਉਸ ਸਮੇਂ ਇੱਕ ਅੱਤੇ ਨਾਮ ਦਾ ਜ਼ਿਮੀਂਦਾਰ ਸੀ, ਉਹਦੀ ਇਹ ਜ਼ਮੀਨ ਸੀ। ਅਤੇ ਉਹ ਨਵਾਂ ਹੀ ਉੱਥੇ ਆ ਕੇ ਥੋੜ੍ਹੇ ਕੁ ਸਮੇਂ ਦਾ ਹੀ ਵਸਿਆ ਸੀ। ਉਹਨੇ ਫਿਰ ਇਹ ਹੌਸਲਾ ਕੀਤਾ, ਹਿੰਮਤ ਕੀਤੀ ਕਿ ਮੈਂ ਆਪਣੀ ਜ਼ਮੀਨ ਜਿਹੜੀ ਹੈ ਉਹ ਦਿੰਦਾ। ਫਿਰ ਜਦੋਂ ਸੂਬੇ ਸਰਹੰਦ ਨੂੰ ਸੱਦਿਆ ਗਿਆ, ਨਾਲ ਇਹ ਸਾਰੇ ਆਪਣੇ ਸਿਪਾਹੀਆਂ ਦੇ ਆਇਆ। ਫਿਰ ਇਹ ਜੋਤੀ ਸਰੂਪ ਗੁਰਦੁਆਰੇ ਸਾਹਿਬ ਵਾਲੀ ਜਗ੍ਹਾ ਹੈ, ਉਹ ਜਗ੍ਹਾ ਫਿਰ ਦੀਵਾਨ ਟੋਡਰਮੱਲ ਜੀ ਨੇ ਮੋਹਰਾਂ ਵਿਛਾ ਕੇ ਸੋਨੇ ਦੀਆਂ ਅਤੇ ਜਗ੍ਹਾ ਜਿਹੜੀ ਉਹ ਖਰੀਦੀ। ਜਿੰਨੀ ਕੁ ਥਾਂ 'ਤੇ ਸੰਸਕਾਰ ਹੋ ਸਕਦਾ ਸੀ ਉਨੀ ਜਗ੍ਹਾ 'ਤੇ ਮੋਹਰਾਂ ਵਿਛਾਈਆਂ ਸੋਨੇ ਦੀਆਂ। ਉਸ ਤੋਂ ਬਾਅਦ ਇਹ ਮੋਹਰਾਂ ਲੈ ਕੇ ਮਾਇਆ ਦੇ ਲਾਲਚੀ ਜਿਹੜੇ ਸਨ ਦੇ ਸੂਬਾ ਸਰਹੰਦ ਸੁੱਚੇਨੰਦ ਵਰਗੇ ਚਲੇ ਗਏ। ਉਸ ਤੋਂ ਮਗਰੋਂ ਫਿਰ ਇਹ ਦੀਵਾਨ ਟੋਡਰਮੱਲ ਨੇ, ਇਹਦੇ ਪਰਿਵਾਰ ਨੇ, ਮੋਤੀ ਰਾਮ ਮਹਿਰਾ ਉਹਦਾ ਪਰਿਵਾਰ ਸੀ। ਇਸੇ ਪ੍ਰਕਾਰ ਹੀ ਇਹਦਾ ਇੱਕ ਹਵੇਲੀ ਦੇ ਅੰਦਰ ਸੇਵਾ ਕਰਨ ਵਾਲਾ ਸਾਧੂ ਸਿੰਘ ਨਾਮ ਕਰਕੇ ਉਹ ਸੀ। ਇੱਦਾਂ ਕੁਝ ਕੁ ਪ੍ਰਾਣੀਆਂ ਨੇ ਮਿਲ ਕੇ ਫਿਰ ਸਾਹਿਬਜ਼ਾਦਿਆਂ ਦੇ ਸਰੀਰ ਅਤੇ ਮਾਤਾ ਜੀ ਦਾ ਸਰੀਰ ਉੱਥੋਂ ਲਿਜਾਣ ਵਾਸਤੇ ਇੱਕ ਸੀੜੀ ਤਿਆਰ ਕੀਤੀ। ਉਹ ਸੀੜੀ ਦੇ ਉੱਤੇ ਮਾਤਾ ਜੀ ਦਾ ਸਰੀਰ ਰੱਖਿਆ ਅਤੇ ਮਾਤਾ ਜੀ ਦੇ ਦੋਨੇ ਬੰਨੇ ਸੱਜੇ ਅਤੇ ਖੱਬੇ ਪਾਸੇ ਸਾਹਿਬਜ਼ਾਦਿਆਂ ਦੇ ਸਰੀਰ ਰੱਖ ਕੇ ਉੱਥੋਂ ਫਿਰ ਚੱਲ ਕੇ ਬਿਵਾਨ ਸਾਹਿਬ ਗੁਰਦੁਆਰੇ ਤੋਂ ਇਹ ਜੋਤੀ ਸਰੂਪ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਇੱਥੇ ਪਹੁੰਚੇ ਸਨ। ਇੱਥੇ ਆ ਕੇ ਫਿਰ ਜੋ ਇਹਨਾਂ ਦੇ ਘਰ ਦੀਆਂ ਮਾਤਾਵਾਂ ਸਨ ਵੱਡੀਆਂ, ਉਹਨਾਂ ਨੇ ਮਾਤਾ ਗੁਜਰ ਕੌਰ ਜੀ ਦੇ ਸਰੀਰ ਦਾ ਇਸ਼ਨਾਨ ਕਰਾਇਆ ਅਤੇ ਆਪ ਇਹਨਾਂ ਨੇ ਸਾਹਿਬਜ਼ਾਦਿਆਂ ਦੇ ਸਰੀਰ ਨੂੰ ਇਸ਼ਨਾਨ ਕਰਾ ਕੇ ਸਾਰੇ ਵਸਤਰ ਜਿਹੜੇ ਆ ਉਹ ਨਵੇਂ ਪਵਾ ਕੇ ਚੰਦਨ ਦੀ ਚਿਖਾ ਜਿਹੜੀ ਉਹ ਤਿਆਰ ਕਰਕੇ ਮਰਿਆਦਾ ਦੇ ਨਾਲ, ਅਤੇ ਕਿਉਂਕਿ ਸ਼ੁਰੂ ਤੋਂ ਬਾਣੀ ਪੜ੍ਹਦਾ ਸੀ, ਜਿਹੜਾ ਦੂਸਰਾ ਸਿੱਖ ਸਾਧੂ ਸਿੰਘ ਸੀ ਉਹ ਵੀ ਬਾਣੀ ਪੜ੍ਹਨ ਵਾਲਾ ਸੀ। ਇਹਨਾਂ ਨੇ ਫਿਰ ਸੋਹਿਲਾ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਦੀਵਾਨ ਟੋਡਰਮੱਲ ਨੇ ਉਸ ਚੰਦਨ ਦੀ ਚਿਖਾ ਨੂੰ ਅਗਨੀ ਜਿਹੜੀ ਉਹ ਭੇਂਟ ਕੀਤੀ, ਅਗਨੀ ਦਿੱਤੀ।
ਇਸ ਪ੍ਰਕਾਰ ਫਿਰ ਇਹਨਾਂ ਨੇ ਇਹ ਸਾਰੀ ਸੰਸਕਾਰ ਦੀ ਮਰਿਆਦਾ ਜਿਹੜੀ ਉਹ ਨਿਭਾਈ। ਉਸ ਤੋਂ ਮਗਰੋਂ ਫਿਰ ਜਦੋਂ ਇੱਕ ਦਿਨ ਛੱਡ ਕੇ ਜਿਹੜੀ ਚਿਖਾ ਸੀ ਉਹ ਸ਼ਾਂਤ ਹੋਈ, ਕਿਉਂਕਿ ਸਰਦੀ ਆ ਇਹਨਾਂ ਦਿਨਾਂ ਦੇ ਅੰਦਰ, ਅੱਗ ਛੇਤੀ ਠੰਡੀ ਹੋ ਗਈ। ਫਿਰ ਇਹਨਾਂ ਨੇ ਅਗਲੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਜਾ ਕੇ ਜਿੰਨੇ ਉਹ ਅੰਗੀਠਾ ਸੀ ਉਹ ਸਾਰਾ ਇਕੱਠਾ ਕਰਕੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਉਸੇ ਹੀ ਜਗ੍ਹਾ 'ਤੇ ਟੋਆ ਕੱਢ ਕੇ ਅਤੇ ਨੱਪ ਕੇ ਸਾਰੀ ਸੇਵਾ ਜਿਹੜੀ ਉਹ ਮੁਕੰਮਲ ਕੀਤੀ ਸੀ। ਇਸ ਪ੍ਰਕਾਰ ਇਹ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਦੀ ਜੋ ਇਤਿਹਾਸ ਦੇ ਅੰਦਰ ਵਾਰਤਾ ਹੈ। ਫਿਰ ਇਹਨਾਂ ਦੇ ਨਾਲ ਜੋ ਜੋ ਕੁਝ ਹੋਇਆ, ਮੋਤੀ ਰਾਮ ਮਹਿਰਾ ਜੀ ਦਾ ਪਰਿਵਾਰ ਜਿਹੜਾ ਉਹ ਸਾਰਾ ਸ਼ਹੀਦ ਕੀਤਾ ਗਿਆ। ਇਸ ਪ੍ਰਕਾਰ ਬੜੇ ਤਸੀਹੇ ਇਹਨਾਂ ਨੂੰ ਇਹ ਸੇਵਾ ਦੇ ਝੱਲਣੇ ਪਏ, ਪਰ ਇਹਨਾਂ ਨੇ ਆਪਣੀ ਕੋਈ ਵੀ ਜਾਨ ਦੀ ਪਰਵਾਹ ਕੀਤੇ ਬਿਨਾਂ ਭਾਰੀ ਗੁਰੂ ਘਰ ਦੀ ਇਹ ਸੇਵਾ ਕਰਕੇ ਅਤੇ ਸਦਾ ਵਾਸਤੇ ਆਪਣਾ ਨਾਮ ਜਿਹੜਾ ਉਹ ਕਾਇਮ ਕੀਤਾ। ਜਿੱਥੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ, ਉੱਥੇ ਇਹਨਾਂ ਦਾ ਵੀ ਹਰ ਸਾਲ ਮੋਤੀ ਰਾਮ ਮਹਿਰਾ ਜੀ, ਦੀਵਾਨ ਟੋਡਰ ਮੱਲ ਜੀ, ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ। ਇਸ ਪ੍ਰਕਾਰ ਇਹਨਾਂ ਗੁਰਸਿੱਖਾਂ ਦਾ ਇਤਿਹਾਸ, ਜਿਵੇਂ ਜਿਵੇਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ, ਇਸ ਪ੍ਰਕਾਰ ਫਿਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਰਾਏਕੋਟ ਨਗਰ ਦੇ ਅੰਦਰ ਪਹੁੰਚੇ ਸਨ। ਇੱਥੇ ਫਿਰ ਸਤਿਗੁਰਾਂ ਨੇ ਇੱਕ ਸਿੱਖ ਨੂੰ ਭੇਜਿਆ ਸੀ ਰਾਏ ਇਕੱਲੇ ਨੂੰ ਕਿ ਤੂੰ ਜਾ ਕੇ ਸਾਰੀ ਵਾਰਤਾ ਪਤਾ ਕਰਕੇ ਆ। ਉਹਨੇ ਫਿਰ ਇਹ ਸਾਰੀ ਸਰਹੰਦ ਦੇ ਅੰਦਰੋਂ ਖਬਰਸਾਰ ਕਰਕੇ ਅਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਪਹੁੰਚਿਆ, ਉਹਨੇ ਸਾਰੀ ਇਹ ਵਾਰਤਾ ਸੁਣਾਉਣੀ ਸ਼ੁਰੂ ਕੀਤੀ ਅਤੇ ਸਤਿਗੁਰੂ ਜੀ ਸੁਣਦੇ ਰਹੇ। ਅਤੇ ਤੀਰ ਦੀ ਨੋਕ ਦੇ ਨਾਲ ਇੱਕ ਘਾਹ ਦਾ ਬੂਟਾ ਜਿਹੜਾ ਸੀ, ਉਹਦੀ ਜੜ੍ਹ ਦੇ ਕੋਲੋਂ ਮਿੱਟੀ ਨੂੰ ਨਾਲ ਦੀ ਨਾਲ ਪੱਟਣ ਲੱਗ ਪਏ। ਜਿਵੇਂ ਜਿਵੇਂ ਸੁਣਾਉਂਦਾ ਗਿਆ, ਸਤਿਗੁਰੂ ਜੀ ਸੁਣਦੇ ਗਏ, ਤੀਰ ਦੀ ਨੋਕ ਦੇ ਨਾਲ ਉਸ ਬੂਟੇ ਦੀ ਜੜ੍ਹ ਨੂੰ ਹਿਲਾਉਂਦੇ ਰਹੇ। ਜਦੋਂ ਇਸ ਨੇ ਸਾਰੀ ਵਾਰਤਾ ਸੁਣਾ ਦਿੱਤੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰ ਦੀ ਨੋਕ ਦੇ ਨਾਲ ਉਹ ਘਾਹ ਦਾ ਬੂਟਾ ਬਾਹਰ ਪੁੱਟ ਦਿੱਤਾ ਅਤੇ ਨਾਲ ਹੀ ਇਹ ਬਚਨ ਕੀਤੇ ਕਿ ਹੁਣ ਮੁਗਲ ਰਾਜ ਦੀ ਜਿਹੜੀ ਜੜ੍ਹ ਹੈ ਉਹ ਹਿੰਦੁਸਤਾਨ ਤੋਂ ਪੁੱਟੀ ਗਈ। ਇਹ ਸਾਹਿਬਜ਼ਾਦਿਆਂ ਨੇ ਆਪਣੇ ਖੂਨ ਨੂੰ ਪਾ ਕਰਕੇ ਇਹਨਾਂ ਦੀ ਜੜ੍ਹ ਜਿਹੜੀ ਹੈ ਉਹ ਖਾਰੀ ਕਰ ਦਿੱਤੀ ਹੈ ਅਤੇ ਹੁਣ ਇਹਨਾਂ ਦਾ ਜਿਹੜਾ ਇਹ ਮੁਗਲ ਰਾਜ ਦਾ ਦਰਖਤ ਹੈ, ਹੁਣ ਇਹ ਛੇਤੀ ਪੁੱਟਿਆ ਜਾਏਗਾ। ਇਸ ਪ੍ਰਕਾਰ ਫਿਰ ਇਹਨਾਂ ਦਾ ਰਾਜ ਭਾਗ ਨਸ਼ਟ ਹੋ ਗਿਆ। ਬੜੇ ਬੁਰੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਦੁੱਖ ਝੱਲਣੇ ਪਏ। ਇਸ ਪ੍ਰਕਾਰ ਫਿਰ ਇਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਤੇ ਸਿੰਘਾਂ ਨੇ ਆ ਕੇ ਸਾਰੇ ਜਿਹੜੇ ਉਹ ਬਦਲੇ ਸਨ ਇਹਨਾਂ ਦੇ ਪਾਸੋਂ ਲਏ। ਇਸ ਪ੍ਰਕਾਰ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਦਿਨਾਂ ਦਾ ਬੜਾ ਹੀ ਲਸਾਨੀ ਅਤੇ ਅਦੁੱਤੀ ਇਤਿਹਾਸ ਹੈ, ਜਿਹੜਾ ਹੋਰ ਕਿਸੇ ਰਹਿਬਰ ਦੇ ਅੰਦਰ, ਪੀਰ ਪੈਗੰਬਰ ਦੇ ਅੰਦਰ ਸਾਨੂੰ ਵੇਖਣ ਦੇ ਵਿੱਚ ਨਹੀਂ ਮਿਲਦਾ। ਇਸ ਪ੍ਰਕਾਰ ਇਹ ਸਾਡਾ ਸ਼ਾਨਾ ਮੱਤਾ ਇਤਿਹਾਸ, ਜਿਸ ਨੂੰ ਪੜ੍ਹ ਸੁਣ ਕੇ ਵਿਚਾਰ ਕੇ ਆਪਾਂ ਨੂੰ ਨਵੀਆਂ ਸੇਧਾਂ ਮਿਲਦੀਆਂ ਹਨ, ਆਪਣੇ ਅੰਦਰ ਗੁਰੂ ਪ੍ਰਤੀ ਸ਼ਰਧਾ, ਪ੍ਰੇਮ ਭਾਵਨਾ ਪੈਦਾ ਹੁੰਦੀ ਹੈ। ਇਸ ਪ੍ਰਕਾਰ